ਜਦੋਂ ਦੇ ਤੁਸੀਂ ਇਸ ਕਬਰਸਤਾਨ ਵਿੱਚ ਆਏ ਹੋ ਤੁਸੀਂ ਤੇ ਇਹਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ। ਆਂਢ ਗੁਆਂਢ ਦੇ ਪਿੰਡ ਜਿਹੜੇ ਨੇ ਉਹ ਇਹਦੀਆਂ ਤਾਰੀਫਾਂ ਕਰਨ ਲੱਗ ਪਏ ਨੇ। ਇਹ ਸਾਰਾ ਮੇਰੇ ਯਿਸੂ ਦਾ ਫਜ਼ਲ ਤੇ ਕਰਮ ਹੈ ਜਿਹੜਾ ਮੈਨੂੰ ਇੱਥੋਂ ਤੀਕਰ ਲੈ ਕੇ ਆਇਆ। ਅੱਜ ਤੱਕ ਨਾ ਤੁਹਾਨੂੰ ਮੈਂ ਪੁੱਛਿਆ ਤੇ ਨਾ ਤੁਸੀਂ ਮੈਨੂੰ ਦੱਸਿਆ ਕਿ ਇਹ ਖਿਦਮਤ ਦਾ ਤੋੜਾ ਤੁਸੀਂ ਕਿੱਥੋਂ ਲਿਆ। ਜਿਹੜੇ ਪਿੰਡ ਵਿੱਚ ਮੇਰਾ ਜਨਮ ਹੋਇਆ ਉਸ ਪਿੰਡ ਦੇ ਲੋਕ ਖਿਦਮਤ ਵਿੱਚ ਆਪਣੀ ਮਿਸਾਲ ਆਪ ਨੇ ਜੀ। ਅਸੀਂ ਹਰ ਵੱਡੇ ਦਿਨ ਤੇ ਬਚਪਨ ਵਿੱਚ ਡਰਾਮੇ ਕਰਦੇ ਸਾਂ, ਗੀਤ ਗਾਉਂਦੇ ਸਾਂ। ਮਕਸਦ ਹੈ ਕਿ ਯਿਸੂ ਵਾਸਤੇ ਹਰ ਵਕਤ ਖਿਦਮਤ ਲਈ, ਖੁਸ਼ੀ ਲਈ ਤਿਆਰ ਰਹਿੰਦੇ ਸਾਂ। ਤੁਸੀਂ ਬੱਚੇ ਤੇ ਆਪਣੇ ਸਾਰੇ ਵਿਆਹ ਛੱਡੇ ਹੋਣੇ ਨੇ ਬਾਬਾ ਜੀ। ਨਹੀਂ ਬੇਟਾ, ਮੈਂ ਸ਼ਾਦੀ ਨਹੀਂ ਕੀਤੀ। ਅਸੀਂ 7 ਭੈਣ ਭਰਾ ਸਾਂ, 5 ਭਾਈ ਤੇ 2 ਭੈਣਾਂ। ਮੇਰੇ ਵਾਲ ਸਾਹਿਬ ਦਾ ਨਾਂ ਚੌਧਰੀ ਸੈਦ ਗਿੱਲ ਸੀ ਜੀ ਤੇ ਉਹਨਾਂ ਦਾ 15 ਕਿੱਲੇ ਰਕਬਾ ਸੀ। ਜਦੋਂ ਉਹਨਾਂ ਦਾ ਇੰਤਕਾਲ ਹੋਇਆ ਤੇ ਮੈਂ ਉਸ ਵਕਤ ਕਰਾਚੀ ਸਾਂ ਜੀ। ਤੇ ਉਹਨਾਂ ਦੇ ਇੰਤਕਾਲ ਦੀ ਖਬਰ ਸੁਣ ਕੇ ਤੇ ਮੈਂ ਪਿੰਡ ਵਾਪਸ ਆਇਆ। ਕਫਨ ਦਫਨ ਤੋਂ ਬਾਅਦ ਅਸਾਂ 5 ਭਰਾਵਾਂ ਨੇ ਆਪਣੇ ਆਪਣੇ ਹਿੱਸੇ ਦੀ ਜ਼ਮੀਨ ਵੰਡ ਲਈ। ਸਾਡੇ 5 ਭਰਾਵਾਂ ਦੇ ਵਿੱਚ 3-3 ਕਿੱਲੇ ਜ਼ਮੀਨ ਆਈ ਜੀ। ਸਭ ਤੋਂ ਵੱਡਾ ਸ਼ਾਨ ਮੇਰੇ ਭਰਾਵਾਂ ਨੇ ਮੇਰੇ ਤੇ ਇਹ ਕੀਤਾ ਕਿ ਮੈਨੂੰ ਮਾਂ ਦੇ ਦਿੱਤੀ। ਮੇਰੀ ਮਾਂ ਦੇ ਪੇਕੇ ਇਸੇ ਪਿੰਡ ਵਿੱਚ ਹੀ ਸਨ। ਜੀ। ਮਾਂ ਮਿਲਣ ਦੇ ਨਾਲ ਮੇਰੀ ਆਜ਼ਾਦੀ ਤੋਂ ਮੇਰੇ ਕੋਲੋਂ ਖੁੱਸ ਗਈ, ਲੇਕਿਨ ਇਸ ਕੈਦ ਦਾ ਕੋਈ ਵੱਖਰਾ ਹੀ ਸਰੂਰ ਸੀ। ਮੈਂ ਆਪਣੀ ਮਾਂ ਨੂੰ ਆਪਣੇ ਹੱਥਾਂ ਨਾਲ ਰੋਟੀ ਪਕਾ ਕੇ ਦਿੰਦਾ ਸਾਂ, ਉਹਦੇ ਕੱਪੜੇ ਧੋਂਦਾ ਸਾਂ ਤੇ ਜਦੋਂ ਉਹਨੂੰ ਮੈਂ ਸਾਫ ਸੁਥਰੇ ਕੱਪੜੇ ਪਵਾਉਂਦਾ ਸਾਂ ਮੈਨੂੰ ਬੜਾ ਸਕੂਨ ਮਿਲਦਾ ਸੀ। ਮੇਰੇ ਬਾਪ ਦੇ ਬਾਅਦ ਨਾ ਮੇਰੀ ਮਾਂ ਅਕਸਰ ਬਿਮਾਰ ਰਹਿਣ ਲੱਗ ਗਈ ਜੀ। ਤੇ ਫਿਰ ਉਹਦੇ ਵਿੱਚ ਮੇਰਾ ਇੱਕ ਭਾਈ ਕਤਲ ਹੋ ਗਿਆ, ਜਵਾਨ ਭੈਣ ਵਸਦੀ ਰਸਤੀ ਮਰ ਗਈ। ਫਿਰ ਇੱਕ ਭਾਈ ਮਰ ਗਿਆ ਤੇ ਮਾਂ ਦੀ ਵਜ੍ਹਾ ਨਾਲ ਪਰੇਸ਼ਾਨ ਹੋ ਗਈ, ਜ਼ਿਆਦਾ ਬਿਮਾਰ ਰਹਿਣ ਲੱਗ ਪਈ। ਤੇ ਉਸ ਸਿਲਸਿਲੇ ਵਿੱਚ ਮੇਰੇ ਨਾਨਕੇ ਮੇਰੀ ਅੰਮਾ ਨੂੰ ਨਾ ਤੇ ਮੈਨੂੰ ਵੀ ਇੱਥੇ ਲੈ ਆਏ। ਹੁਣ ਮੈਂ ਆਪਣੀ ਮਾਂ ਦੀ ਕਬਰ ਦੇ ਬਹਾਨੇ ਇੱਥੇ ਹੀ ਇਸ ਕਬਰਸਤਾਨ 'ਚ ਰਹਿਣਾ ਵਾਂ ਤੇ ਆਵਾਮ ਦੀ ਖਿਦਮਤ ਕਰਨਾ ਜੀ। ਤੇ ਜਦੋਂ ਮੈਂ ਕਬਰਸਤਾਨ 'ਚ ਦਿਨ ਰਾਤ ਫਿਰਨਾ ਤੇ ਮੈਨੂੰ ਬਿਲਕੁਲ ਮਹਿਸੂਸ ਹੁੰਦਾ ਕਿ ਮੇਰੀ ਮਾਂ ਮੇਰੇ ਨਾਲ ਨਾਲ ਹੈ। ਬੁੱਢਿਆ ਤੂੰ ਸੁਣਾ, ਤੇਰਾ ਕੱਲਾ ਕੱਲਾ ਪੁੱਤਰ ਹੈ, ਤੇਰੀ ਕੋਈ ਖਿਦਮਤ ਵੀ ਕਰਦਾ ਕਿ ਕੋਨਾ? ਮੇਰੇ ਤੇ ਯਿਸੂ ਦਾ ਬੜਾ ਕਰਮ ਹੈ ਜੀ। ਮੇਰੀ ਨੂੰਹ ਤੇ ਮੇਰਾ ਪੁੱਤਰ ਮੇਰੀ ਬੜੀ ਖਿਦਮਤ ਕਰਦੇ ਨੇ। ਯਿਸੂ ਕਰੇ ਜੀ ਹਰ ਕਿਸੇ ਦਾ ਨੂੰਹ ਪੁੱਤਰ ਮੇਰੇ ਨੂੰਹ ਔਰ ਪੁੱਤਰ ਵਰਗਾ ਹੋਵੇ। ਅੱਛਾ ਬਾਬਾ ਜੀ ਮੈਂ ਚੱਲਣਾ। ਅੱਛਾ, ਫਿਰ ਤੈਨੂੰ ਬਹੁਤ ਬਹੁਤ ਮੁਬਾਰਕ ਹੋਵੇ। ਹੈ ਮੁਬਾਰਕ ਜੀ ਬਾਬਾ ਜੀ। ਇਹ ਮੇਰੇ ਲੋ ਜੀ ਖਿਦਮਤ ਵਿੱਚ ਹੀ ਸਵਾਲ ਹੈ। ਅੱਛਾ, ਹਾਂ ਜੀ। ਤੈਨੂੰ ਆਪਣੀ ਨਿਗਾਹਬਾਨੀ 'ਚ ਰੱਖੇ ਤੋੜ ਦਿੱਤਾ ਹੈ। ਅੱਛਾ ਜੀ ਬਾਬਾ ਜੀ। ਉਹ ਪੁੱਤਰ ਗੱਲ ਸੁਣਿਓ, ਕੱਲ ਦੁਪਹਿਰ ਦੀ ਰੋਟੀ ਮੇਰੇ ਨਾਲ ਖਾਣੀ ਹੈ ਇੱਥੇ ਤੁਸੀਂ। ਠੀਕ ਹੈ ਬਾਬਾ ਜੀ। ਚਲੋ ਠੀਕ ਹੈ ਬਾਬਾ ਜੀ। ਠੀਕ ਹੈ, ਖੁਦਾ ਬਰਕਤ ਦੇ। ਹਾਂ ਲੋੜ ਦੀ ਖੈਰ ਹੋਵੇ। ਠੀਕ ਹੈ।